ਅੱਜ ਪਟਿਆਲਾ ਸਰਕਟ ਹਾਊਸ ਵਿਖੇ ਕਾਫੀ ਗਹਿਮਾ ਗਹਿਮੀ ਦੇਖਣ ਨੂੰ ਮਿਲੀ। ਕਾਰਨ ਸੀ ਕੋਟਕਪੂਰਾ ਗੋਲੀ ਕਾਂਡ ਸੰਬੰਧੀ ਬਣੀ ਸਿੱਟ ਦਾ ਅੱਜ ਇੱਥੇ ਆਉਣਾ। ਸਿੱਟ ਅਧਿਕਾਰੀ ਸ਼੍ਰੀ ਐਲ.ਕੇ. ਯਾਦਵ ਅਤੇ ਹੋਰ ਮੈਂਬਰਾਂ ਨੇ ਅੱਜ ਲਗਭਗ ਲਗਾਤਾਰ 3 ਘੰਟੇ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਨਾਲ ਗੱਲਬਾਤ ਕੀਤੀ, ਉਹਨਾਂ ਤੋਂ ਪੁੱਛਗਿੱਛ ਕੀਤੀ। ਇਸ ਦੌਰਾਨ ਸਰਕਟ ਹਾਊਸ ਦੇ ਬਾਹਰ ਕਾਫੀ ਗਹਿਮਾ ਗਹਿਮੀ ਦੇਖਣ ਨੂੰ ਮਿਲੀ, ਕਾਫੀ ਚਹਿਲ ਪਹਿਲ ਮਿਲੀ। 3 ਘੰਟਿਆਂ ਬਾਅਦ ਜਦੋਂ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਤਾਂ ਉਹਨਾਂ ਦੇ ਇਕੱਲੇ ਸਵਾਲਾਂ ਦਾ ਜਵਾਬ ਦਿੰਦਿਆਂ ਉਹਨਾਂ ਨੇ ਇਹ ਗੱਲ ਕਹੀ ਕਿ ਇਸ ਬੇਅਦਬੀ ਦਾ ਇਨਸਾਫ ਮਿਲਣਾ ਚਾਹੀਦਾ ਹੈ ਤੇ ਸਾਨੂੰ ਇਸ ਸਿੱਟ ਤੋਂ ਪੂਰੀ ਉਮੀਦ ਹੈ ਕਿ ਇਹ ਸਿੱਟ ਸਿੱਖ ਸੰਗਤਾਂ ਨੂੰ ਇਨਸਾਫ ਜ਼ਰੂਰ ਦਿਵਾਏਗੀ। ਉਹਨਾਂ ਨੇ ਹੋਰ ਕੀ ਗੱਲਾਂ ਕੀਤੀਆਂ, ਆਓ ਸੁਣਦੇ ਹਾਂ ਭਾਈ ਢੰਡਰੀਆਂ ਵਾਲਿਆਂ ਨਾਲ ਪ੍ਰੈਸ ਕਾਨਫਰੰਸ ਦੇ ਵਿੱਚ ਹੋਈ ਗੱਲਬਾਤ। ਫੀਡ ਫਰੰਟ ਨਿਊਜ਼ ਲਈ ਪਟਿਆਲੇ ਤੋਂ ਮਨਪ੍ਰੀਤ ਬੋਰਾ। ਬਹਾਨਾ ਹੋ ਜਾਏਗਾ ਵੀ ਹੁਣ ਇਹ ਨਹੀਂ, ਗਵਾਹ ਹੀ ਨਹੀਂ ਆਏ। ਜਿਹੜੇ ਉਸ ਵੇਲੇ ਮੌਕੇ ਦੇ ਗਵਾਹ ਸੀ ਉਹਨਾਂ ਨੂੰ ਜਾਣਾ ਚਾਹੀਦਾ ਹੈ, ਵੇਖਣਾ ਚਾਹੀਦਾ ਹੈ। ਔਰ ਉਮੀਦ ਅਸੀਂ ਕਦੇ ਵੀ ਨਹੀਂ ਛੱਡ ਸਕਦੇ, ਉਮੀਦ ਤਾਂ ਕਰਦੇ ਹੀ ਹਾਂ ਕਿ ਉਹਦਾ ਇਨਸਾਫ ਮਿਲੇਗਾ। ਹਾਂਜੀ, ਨਹੀਂ ਗੱਲ ਧਰਮ ਦੀ ਹੈ ਤਾਂ ਸਾਰਿਆਂ ਨੂੰ ਸੋਚਣਾ ਹੀ ਚਾਹੀਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਸਾਰਿਆਂ ਦੇ ਸਾਂਝੇ ਹਨ ਤੇ ਇੱਕ ਚੈਲੰਜ ਕਰਕੇ ਇਸ਼ਤਿਹਾਰ ਲਾ ਕੇ ਤੇ ਜਦੋਂ ਤੁਸੀਂ ਬੇਅਦਬੀ ਕਰੋਗੇ ਗੁਰੂ ਗ੍ਰੰਥ ਸਾਹਿਬ ਦੀ ਤਾਂ ਉਹ ਬੜਾ ਵੱਡਾ ਮੁੱਦਾ ਸੀ ਔਰ ਇਹ ਕਿਸੇ ਦਾ ਵੀ ਨਹੀਂ ਹੋਣਾ ਚਾਹੀਦਾ। ਤਾਂ ਇਹ ਮੁੱਦਾ ਤਾਂ ਹੈਗਾ ਹੀ ਹੈ। ਉਸ ਵੇਲੇ ਦੇ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਨਾਲੇ ਉਸ ਵੇਲੇ ਤਾਂ ਜਿਹਨੂੰ ਅਸੀਂ ਆਪਣੀ ਸਰਕਾਰ ਕਹਿੰਦੇ ਹਾਂ, ਸਿੱਖਾਂ ਦੀ ਸਰਕਾਰ ਸੀ, ਉਸ ਵੇਲੇ ਤਾਂ ਚਾਹੀਦਾ ਸੀ ਇਹਨਾਂ ਨੂੰ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਇਨਸਾਫ ਹੈ, ਜੋ ਬੇਅਦਬੀ ਉੱਥੇ ਹੋਈ ਸੀ, ਉਹਦਾ ਇਨਸਾਫ ਸਹੀ ਤਰੀਕੇ ਨਾਲ ਦਿੱਤਾ ਜਾਣਾ ਚਾਹੀਦਾ ਸੀ। ਉਹਦਾ ਮਾਸਟਰ ਮਾਈਂਡ ਲੱਭਣ ਦੀ ਬਜਾਏ ਕਿ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਮਾਸਟਰ ਮਾਈਂਡ ਲੱਭਣ ਦੀ ਬਜਾਏ ਰੋਸ ਧਰਨੇ ਵਿੱਚ ਬੈਠੀਆਂ ਸੰਗਤਾਂ ਉੱਤੇ ਲਾਠੀ ਚਾਰਜ ਕਰ ਦਿੱਤਾ ਗਿਆ, ਜੋ ਕਿ ਬੜਾ ਗਲਤ ਸੀ। ਉਹ ਤਾਂ ਹੁਣ ਇਹਨਾਂ ਨੇ ਘੋਖ ਕਰਨੀ ਹੈ ਜੀ ਕਿ ਕੌਣ ਕਰਾ ਰਿਹਾ, ਇਹਦੇ ਪਿੱਛੇ ਕੌਣ ਹੋ ਸਕਦਾ। ਉਹ ਤਾਂ ਚਾਹੀਦਾ ਇਹਨਾਂ ਨੂੰ, ਏਜੰਸੀਆਂ ਹੀ ਹੋ ਸਕਦੀਆਂ ਨੇ ਜਾਂ ਕੋਈ ਕੁਛ ਵੀ ਹੋ ਸਕਦਾ। ਮਤਲਬ ਅਸੀਂ ਨਹੀਂ ਕਹਿ ਸਕਦੇ ਵੀ ਕੌਣ ਹੈ, ਪਰ ਇਹ ਤਾਂ ਸਰਕਾਰ ਨੂੰ ਲੱਭਣਾ ਚਾਹੀਦਾ ਸੀ। ਹਾਂਜੀ, ਮੇਰਾ ਮੰਨਣਾ ਇਹ ਹੈ ਜੀ, ਮੈਂ ਉੱਥੇ ਵੀ ਸਿੱਟ ਵਿੱਚ ਬੋਲ ਕੇ ਆਇਆ ਬਈ ਪੱਤਾ ਵੀ ਹਿੱਲਦਾ ਆ ਉਹਦਾ ਸਰਕਾਰ ਨੂੰ ਪਤਾ ਹੁੰਦਾ ਹੈ। ਜਿਹੜਾ ਮੁੱਦਾ ਐਡਾ ਵੱਡਾ ਸੀ ਔਰ ਸਾਡੇ ਵਰਗੇ ਬੰਦੇ ਜਾਂ ਜਿਹੜੇ ਵੀ ਪ੍ਰਚਾਰਕ ਸੀ ਜਾਂ ਕੁਝ ਮੋਹਤਬਾਰ ਬੰਦੇ ਉੱਥੇ ਬੈਠੇ ਹੈ ਔਰ ਸਾਰਾ ਪੰਜਾਬ ਬੰਦ ਹੋ ਗਿਆ ਆ ਤੇ ਇਹ ਇਕੱਲੇ ਪ੍ਰਸ਼ਾਸਨ ਦਾ ਆਪਣਾ ਨਿੱਜੀ ਫੈਸਲਾ ਨਹੀਂ ਹੋ ਸਕਦਾ। ਸਰਕਾਰ ਤੋਂ, ਉਸ ਵੇਲੇ ਦੇ ਵੱਡੇ ਲੀਡਰਾਂ ਤੋਂ ਪੁੱਛੇ ਬਿਨਾਂ ਲਾਠੀ ਚਾਰਜ ਨਹੀਂ ਹੋ ਸਕਦਾ। ਜੇ ਲਾਠੀ ਚਾਰਜ ਹੋਇਆ, ਜੇ ਅਥਰੂ ਗੈਸ ਦੇ ਗੋਲੇ ਸਿੱਟੇ ਗਏ ਹੈ, ਜੇ ਉੱਥੇ ਜੋ ਵੀ ਹੋਇਆ ਉਹਦੇ ਵਿੱਚ ਇਹ ਨਹੀਂ ਹੋ ਸਕਦਾ ਕਿ ਉਸ ਵੇਲੇ ਦੇ ਪ੍ਰਮੁੱਖ ਲੀਡਰਾਂ ਨੂੰ ਇਹਦੇ ਬਾਰੇ ਪਤਾ ਨਾ ਹੋਵੇ। ਵੱਡੇ ਅਫਸਰਾਂ ਨੂੰ ਵੀ ਪਤਾ ਸੀ ਤੇ ਮੇਨ ਲੀਡਰਾਂ ਨੂੰ ਵੀ ਪਤਾ ਸੀ, ਕਿਉਂਕਿ ਘਟਨਾ ਵਰਲਡ ਵਾਈਡ ਇਹ ਫੈਲ ਚੁੱਕੀ ਸੀ। ਸਾਰੇ ਸੰਸਾਰ ਪੱਧਰ ਤੇ ਉਹਦਾ ਜ਼ਿਕਰ ਹੋ ਰਿਹਾ ਸੀ। ਕੱਲਾ ਸਿੱਖ ਉਦੋਂ ਰੌਲਾ ਪਾ ਰਿਹਾ ਸੀ, ਤਾਂ ਸਰਕਾਰ ਨੂੰ ਕਿਵੇਂ ਨਹੀਂ ਪਤਾ ਹੋਏਗਾ ਵੀ ਕੀ ਬਰਗਾੜੀ ਵਿੱਚ ਇੰਨੇ ਬੰਦੇ ਬੈਠੇ ਹੈ, ਕੌਣ ਬੰਦੇ ਬੈਠੇ ਹੈ, ਉਹਨਾਂ ਤੇ ਲਾਠੀ ਚਾਰਜ ਹੋਣ ਲੱਗਿਆ। ਇਹ ਉਹਨਾਂ ਨੂੰ ਸਾਰਾ ਪਤਾ ਹੋਏਗਾ, ਅੱਜ ਚਾਹੇ ਉਹ ਮੁੱਕਰ ਜਾਣ। ਨਹੀਂ, ਸਵਾਲ ਤਾਂ ਇੱਕੋ ਜਿਹੇ ਹੀ ਹੈ ਸਾਰਿਆਂ ਦੇ ਵੀ ਕੀ ਤੁਸੀਂ ਉੱਥੇ ਜੋ ਹੋਇਆ ਤੁਸੀਂ ਸਾਨੂੰ ਬਿਆਨ ਕਰ ਦਿਓ। ਜੋ ਸਾਡੀਆਂ ਸਟੇਟਮੈਂਟਾਂ ਨੇ ਪਹਿਲਾਂ ਵੀ ਉਹੀ ਸੀ ਤੇ ਅੱਜ ਵੀ ਉਹੀ ਨੇ। ਜੋ ਅਸੀਂ ਉਸ ਵੇਲੇ ਹੋਇਆ ਸੀ ਉਹ ਸੱਚ ਆਪਣਾ ਬਿਆਨ ਕਰ ਦਿੱਤਾ, ਪਹਿਲਾਂ ਵੀ ਕਰਦੇ ਰਹੇ ਹਾਂ, ਇਸ ਵਾਰੀ ਵੀ ਕਰਕੇ ਆਏ। ਹਾਂਜੀ, ਨਹੀਂ ਇੱਦਾਂ ਨਹੀਂ। ਉਹ ਖੁੱਲ੍ਹ ਕੇ ਹੌਲੀ ਸਮਝਣਾ ਚਾਹ ਰਹੇ ਸੀ, ਬਰੀਕੀਆਂ ਕਈ ਗੱਲਾਂ ਦੀਆਂ ਵੀ SGPC ਦਾ ਸਿਸਟਮ ਕੀ ਹੈ, ਜਾਂ ਜਿਹੜੇ ਆਪਾਂ ਕੁਝ ਪ੍ਰਚਾਰਕ ਨੇ ਜਿਹੜੇ ਲੌਜੀਕਲ ਗੱਲ ਕਰਦੇ ਨੇ, ਕੁਝ ਪ੍ਰਚਾਰਕ ਨੇ ਜਿਹੜੇ ਪੁਰਾਣੀਆਂ ਪਰੰਪਰਾਵਾਂ ਨੂੰ ਮੰਨਣ ਵਾਲੇ ਨੇ। ਉੱਥੇ ਧਰਨੇ ਦੇ ਵਿੱਚ ਬੈਠਿਆਂ ਦੇ ਵਿੱਚ ਕੌਣ ਬੰਦੇ ਸੀ
ਜਿਹੜੇ ਥੋੜ੍ਹੇ ਜਿਹੇ ਹਟ ਕੇ ਗੱਲ ਕਰਨ ਵਾਲੇ ਨੇ, ਜੋ ਕਿ ਫਿਊਚਰ ਦੇ ਵਿੱਚ ਇੱਕ ਗਰੁੱਪ ਬਣਾ ਕੇ SGPC ਤੇ ਵੱਧ ਸਕਦੇ ਸੀ। ਇਹ ਕਈ ਗੱਲਾਂ ਇਸ ਟਾਈਪ ਦੀਆਂ ਖੁੱਲ੍ਹ ਕੇ ਹੋਈਆਂ ਸੀ। ਨਹੀਂ ਇਦਾਂ ਦੀ ਗੱਲ ਉਹਨਾਂ ਨੇ ਨਹੀਂ ਕੀਤੀ, ਇਦਾਂ ਦੀ ਨਹੀਂ ਕੀਤੀ। ਬਸ ਇਹੀ ਕਿਹਾ ਸੀ ਕਿ ਕਿਤੇ ਨਾ ਕਿਤੇ ਉਹ ਗੁੱਸਾ ਕਿਉਂ ਸੀ, ਜੋ ਮੈਂ ਵੀ ਮਹਿਸੂਸ ਕਰਦਾ ਕਿ ਸਾਡੇ ਜਿਹੜੇ ਸਾਡੇ ਵਰਗੇ ਬੰਦੇ ਆ, ਕੁਛ ਬੰਦੇ ਹੈਗੇ ਆ ਪ੍ਰਚਾਰਕ ਜਿਹੜੇ ਹੈ, ਜਿਹੜੀ ਕਿ ਥੋੜ੍ਹੇ ਜਿਹੇ ਲੌਜਿਕ ਨਾਲ ਗੱਲ ਕਰਦੇ ਆ, ਜੰਗ ਜਨਰੇਸ਼ਨ ਵੱਲ ਵੇਖ ਕੇ ਵੀ ਜਿਹੜੇ ਉਹਨਾਂ ਨੂੰ ਅਸੀਂ ਧਰਮ ਵਾਲੇ ਪਾਸੇ ਲੈ ਕੇ ਆਈਏ, ਤੇ ਉਹਦੇ ਤੋਂ ਸਾਡੇ ਪਰੰਪਰਾਵਾਦੀ ਲੋਕ ਜਿਹੜੇ ਆ ਸਾਰੇ ਦੁਖੀ ਹੈਗੇ ਹੀ ਹੈ। ਜਿਹੜਾ ਗਰੁੱਪ ਉੱਥੇ ਬੈਠਾ ਸੀ, ਇੱਦਾਂ ਕਹਿ ਲਓ ਇਹਨਾਂ ਦੇ ਹਿਸਾਬ ਨਾਲ ਤਾਂ ਬੋਲ ਭੜਕਣੇ, ਉਹ ਹਰ ਗੱਲ ਮੂੰਹ ਤੇ ਬੋਲਦੇ ਆ, ਖੁੱਲ੍ਹ ਕੇ ਕਹਿ ਦਿੰਦੇ ਆ, ਲੀਡਰਾਂ ਨੂੰ ਵੀ ਕਹਿ ਦਿੰਦੇ ਆ, ਤੇ ਇਹਨਾਂ ਨੂੰ ਉਹ ਵੀ ਗੁੱਸਾ ਸੀ ਸਾਡੇ ਤੇ। ਲੰਬਾ ਅਰਸਾ ਤੋਂ ਬਾਅਦ ਵੀ ਅਸੀਂ ਬਣਾਈ ਜਾਂਦੀ ਹੈ, ਅਜੇ ਤੱਕ ਕੋਈ ਸਿੱਟਾ ਨਹੀਂ ਨਿਕਲਿਆ। ਉਮੀਦ ਜਿਹੜੀ ਪਹਿਲਾਂ ਮੈਂ ਗੱਲ ਕੀਤੀ ਹੈ ਵੀ ਉਮੀਦ ਤੇ ਦੁਨੀਆ ਕਾਇਮ ਹੈ, ਉਮੀਦ ਨਹੀਂ ਛੱਡਣੀ ਚਾਹੀਦੀ। ਜੇ ਅੱਜ ਅਸੀਂ ਕਹਿ ਦਈਏ ਜੀ ਸਾਨੂੰ ਇਹਨਾਂ ਤੋਂ ਵੀ ਕੋਈ ਉਮੀਦ ਨਹੀਂ, ਉਹਨਾਂ ਨੇ ਕਹਿਣਾ ਜੀ ਹੁਣ ਤੇ ਗਵਾਹ ਹੀ ਨਹੀਂ ਆ ਰਹੇ ਤੇ ਅਸੀਂ ਕੀ ਕਰੀਏ। ਇਸ ਕਰਕੇ ਅਸੀਂ ਉਮੀਦ ਕਰਦੇ ਹਾਂ ਕਿ ਹੁਣ ਇਹਦਾ ਕੋਈ ਚੰਗਾ ਰਿਜ਼ਲਟ ਨਿਕਲੇਗਾ। ਹਾਂਜੀ, ਨਹੀਂ ਪੈਰਾਮੀਟਰ ਤਾਂ ਦੇਖੋ, ਮੈਂ ਤੁਹਾਨੂੰ ਪਹਿਲਾਂ ਹੀ ਕਹਿ ਕੇ ਹਟਿਆ ਵੀਰ ਜੀ ਕਿ ਚਾਹੇ ਕੋਈ ਪੱਥਰ ਤੇ ਵੀ ਸ਼ਰਧਾ ਬਣਾ ਕੇ ਬੈਠਾ ਨਾ, ਬਲੀਵ ਹੈ, 1000 ਬੰਦਾ ਆ ਟੇਬਲ ਨੂੰ ਮੱਥਾ ਟੇਕਦਾ ਹੈ, ਤੇ ਮੈਨੂੰ ਨਹੀਂ ਚਾਹੀਦਾ ਕਿ ਮੈਂ ਇਸ ਟੇਬਲ ਨੂੰ ਲੱਤ ਮਾਰਾਂ, ਮੈਂ ਇਹਦੀ ਬੇਅਦਬੀ ਕਰਾਂ, ਕਿਉਂਕਿ ਉਹ ਸਤਿਕਾਰ ਕਰਦਾ ਹੈ। ਮੈਂ ਇਹ ਕਹਿ ਸਕਦਾ ਵੀ ਟੇਬਲ ਤੇ ਸ਼ਰਧਾ ਬਣਾਉਣੀ ਮਾੜੀ ਗੱਲ ਹੈ, ਫਰੀडम ਆਫ ਸਪੀਚ ਮੇਰਾ ਹੱਕ ਹੈ, ਪਰ ਬਲੀਵ ਹੈ ਜਿਹੜਾ ਉਹ ਅਗਲੇ ਦਾ ਹੱਕ ਹੈ, ਰਾਈਟ ਹੈ। ਉਹ ਇਹਨੂੰ ਰੱਬ ਮੰਨਣਾ ਚਾਹੁੰਦਾ ਟੇਬਲ ਨੂੰ ਤਾਂ ਮੰਨ ਲਵੇ, ਸਾਨੂੰ ਇਹਦੇ 'ਚ ਕੋਈ ਓਬਜੈਕਸ਼ਨ ਨਹੀਂ ਹੋਣਾ ਚਾਹੀਦਾ। ਮੈਂ ਬੋਲ ਸਕਦਾ, ਮੈਂ ਬਾਂਹ ਨਹੀਂ ਫੜ ਸਕਦਾ ਕਿਸੇ ਦੀ। ਸੋ ਉਹ ਜੋ ਹੋਇਆ ਸੀ ਉਹ ਮਾੜਾ ਸੀ, ਕਿਤੇ ਵੀ ਨਾ ਹੋਵੇ। ਤੇ ਇਹ ਹਰ ਇੱਕ ਦੀ ਬਲੀਵ ਦੀ ਰਾਖੀ ਕਰਨਾ ਹਰ ਗੌਰਮੈਂਟ ਦਾ ਫਰਜ਼ ਬਣਦਾ ਹੈ, ਪ੍ਰਸ਼ਾਸਨ ਦਾ ਫਰਜ਼ ਬਣਦਾ ਹੈ। ਉਹ ਕੱਲਾ ਮੇਰੀ ਗੱਲ ਨਹੀਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਕਰਕੇ ਕਹਿੰਦੇ ਆ, ਚਾਹੇ ਉਹ ਕੋਈ ਕਬਰ ਵੀ ਕਿਉਂ ਨਾ ਹੋਵੇ। ਮੈਂ ਟੇਬਲ ਦੀ ਗੱਲ ਕਰ ਰਿਹਾ ਨਾ ਜੀ, ਚਾਹੇ ਕਬਰ ਵੀ ਕਿਉਂ ਨਾ ਹੋਵੇ, ਇਹ ਹੱਕ ਬਣਦਾ, ਸਾਡਾ ਹੱਕ ਹੈ। ਅਸੀਂ ਕਿਸੇ ਚੀਜ਼ ਨੂੰ ਮੰਨਦੇ ਆ, ਉਹਦੀ ਬੇਅਦਬੀ ਕੋਈ ਨਾ ਕਰੇ। ਨਹੀਂ, ਜਿਹੜਾ ਮਸਲਾ ਇਹ ਸਿੱਟ ਦਾ ਹੈਗਾ, ਇਹ ਕੋਟਕਪੂਰਾ ਜਿਹੜਾ ਗੋਲੀ ਕਾਂਡ ਹੋਇਆ ਉਹਦੇ ਬਾਰੇ ਸੀ। ਹਾਂਜੀ, ਨਹੀਂ ਉਹਨਾਂ ਨੇ ਇਹੀ ਪੁੱਛਿਆ ਸੀ ਕਿ ਤੁਸੀਂ ਇਹ ਮਸਲਾ ਹੀ ਐਡਾ ਵੱਡਾ ਕਿਉਂ ਹੋਇਆ। ਮਸਲੇ ਤਾਂ ਪਹਿਲਾਂ ਵੀ ਸੀ, ਪਰ ਮੈਂ ਉਹਨਾਂ ਇਹੀ ਕਹਿਣਾ ਚਾਹੁੰਦਾ ਸੀ ਵੀ ਬੇਅਦਬੀਆਂ ਤਾਂ ਬਹੁਤ ਥਾਵਾਂ 'ਤੇ ਹੁੰਦੀਆਂ ਨੇ, ਅੱਜ ਵੀ ਹੋ ਰਹੀਆਂ ਨੇ, ਪਰ ਉਸ ਵੇਲੇ ਬਕਾਇਦਾ ਇਸ਼ਤਿਹਾਰ ਲਾ ਕੇ, ਪੋਸਟਰ ਛਾਪ ਕੇ, ਚੈਲੰਜ ਕਰਕੇ ਉਹ ਸਾਰਾ ਕੁਝ ਕੀਤਾ ਸੀ। ਜਦੋਂ ਇਸ਼ਤਿਹਾਰ ਲਾ ਦਿੱਤੇ ਗਏ ਸੀ ਤਾਂ ਪ੍ਰਸ਼ਾਸਨ ਨੂੰ ਹਰਕਤ ਵਿੱਚ ਆ ਕੇ ਉਸੇ ਵੇਲੇ ਐਕਸ਼ਨ ਲੈਣਾ ਚਾਹੀਦਾ ਸੀ। ਐਕਸ਼ਨ ਨਹੀਂ ਲਿਆ, ਉਹਨਾਂ ਨੇ ਫਿਰ ਪੱਤਰੇ ਜਿਹੜੇ ਸੀ ਜਗ੍ਹਾ ਜਗ੍ਹਾ ਗੁਰੂ ਗ੍ਰੰਥ ਸਾਹਿਬ ਦੇ ਖਿਲਾਰ ਦਿੱਤੇ, ਤੇ ਉਹਦੇ ਉੱਤੇ ਉਹਦੇ ਰੋਸ ਵਜੋਂ ਸਾਰਾ ਧਰਨਾ ਲੱਗਾ ਸੀ। ਹਾਂਜੀ, ਹਾਂ ਉਹ ਤਾਂ ਫਿਰ ਜੇ ਉਹ ਤਾਂ ਸਾਹਮਣੇ ਆਊਗਾ ਹੀ ਜੀ। ਉਹ ਤਾਂ ਜਿੱਦਾਂ ਪਹਿਲਾਂ ਅੱਜ ਤੱਕ ਦੱਸਿਆ ਜਾਂਦਾ ਰਿਹਾ ਹੈ ਕਿ ਸਰਸੇ ਵਾਲਿਆਂ ਦੇ ਜਿਹੜੇ ਪ੍ਰੇਮੀ ਸੀ, ਔਰ ਉਹਨਾਂ ਦਾ ਇਹਦੇ ਵਿੱਚ ਰੋਲ ਹੈਗਾ ਹੈ, ਉਹ ਤਾਂ ਪਤਾ ਲੱਗ ਜਾਣਾ ਆਉਣ ਵਾਲੇ ਸਮੇਂ ਵਿੱਚ। ਪੰਜਾਬ ਸਰਕਾਰ ਨੇ 2022 ਨੂੰ ਲੈ ਕੇ ਉਹ 2022 ਤੋਂ ਦੂਰ ਕਰ ਲਿਆ। ਕੁਛ ਵੀ ਉਹ ਤਾਂ ਸੋਚਿਆ ਜਾ ਸਕਦਾ ਜੀ। ਉਹ ਤਾਂ ਇੱਕ ਦੂਜੇ ਦੇ ਉੱਤੇ ਰਾਜਨੀਤਿਕ ਪਾਰਟੀਆਂ ਨੂੰ ਕਹਿਣਾ ਹੀ ਹੁੰਦਾ, ਉਹਨਾਂ ਨੇ ਸਾਰੇ ਕਹਿ ਰਹੇ ਆ। ਹਾਂਜੀ, 15-17 ਦੇ ਇਲੈਕਸ਼ਨ ਦੇ ਵਿੱਚ ਪਾਰਟੀ ਦੇ
6 ਮਹੀਨੇ ਪਹਿਲਾਂ ਆ ਕੇ ਫਿਰ ਉਹੀ ਤਰ੍ਹਾਂ ਉਸੇ ਤਰ੍ਹਾਂ ਪੱਤੇ ਹੋ ਚਲਾ ਜਾ ਰਿਹਾ ਹੈ। ਕੀ ਲੱਗਦਾ ਹੈ ਕਿ ਸਰਕਾਰਾਂ ਵੱਲੋਂ ਵੀ ਇੱਕ ਤਰੀਕੇ ਦੇ ਨਾਲ ਇਲੈਕਸ਼ਨ ਦੇ ਤੌਰ ਤੇ ਸਜੇ ਨਹੀਂ, ਸਾਰੇ ਏਜੰਡੇ ਇਹਨਾਂ ਨੇ ਵਰਤਨੇ ਹੁੰਦੇ ਆ, ਪਰ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਵਾਲਾ ਜਿਹੜਾ ਏਜੰਡਾ ਆ ਇਹਨੂੰ ਨਹੀਂ ਵਰਤਣਾ ਚਾਹੀਦਾ। ਜੇ ਇਹਨਾਂ ਨੇ ਕਸਮਾਂ ਖਾਧੀਆਂ ਨੇ ਜਾਂ ਜੇ ਇਹਨਾਂ ਨੇ ਕਿਹਾ ਸੀ ਕਿ ਅਸੀਂ ਬਰਗਾੜੀ ਦਾ ਇਨਸਾਫ ਦਿਵਾਵਾਂਗੇ ਤਾਂ ਉਹ ਦੇਣਾ ਚਾਹੀਦਾ ਹੈ। ਮੈਂ ਪਹਿਲਾਂ ਵੀ ਬੋਲ ਚੁੱਕਿਆ ਜੀ ਤੁਹਾਡੇ ਆਉਣ ਤੋਂ ਵੀ ਉਮੀਦ ਤੇ ਦੁਨੀਆ ਕਾਇਮ ਹੈ। ਪਹਿਲਾਂ 3 ਵਾਰ ਅੱਗੇ ਬਿਆਨ ਦੇ ਕੇ ਆਏ ਆ, 3 ਵਾਰ ਸਿੱਟ ਬਣੀ ਹੈ, ਹੁਣ ਚੌਥੀ ਵਾਰ ਬਣੀ ਹੈ, ਤੇ ਇਸ ਕਰਕੇ ਅਸੀਂ ਤਾਂ ਉਮੀਦ ਹੀ ਕਰ ਸਕਦੇ ਹਾਂ। ਹੁਣ ਜੇ ਇਹ ਨਹੀਂ ਕਹਿ ਸਕਦੇ ਵੀ ਸਾਨੂੰ ਉਮੀਦ ਕੋਈ ਨਹੀਂ, ਅਸੀਂ ਇਹਨਾਂ ਸਾਹਮਣੇ ਜਾਣਾ ਨਹੀਂ, ਜੇ ਅਸੀਂ ਇਹ ਕਵਾਂਗੇ ਤਾਂ ਫਿਰ ਤਾਂ ਉਹਨਾਂ ਕੋਲ ਖੁੱਲ੍ਹਾ ਸੌਖਾ ਹੋ ਗਿਆ ਉਹਨਾਂ ਲਈ ਵੀ ਗਵਾਹ ਹੀ ਨਹੀਂ ਆਏ, ਅਸੀਂ ਕੀ ਕਰੀਏ, ਸਿੱਟ ਅੱਗੇ ਤੋਂ ਬਣੇਗੀ ਹੋਈ ਨਹੀਂ। ਅਸੀਂ ਆਪਣੀ ਜੋ ਸੱਚ ਉੱਥੇ ਹੋਇਆ, ਜੋ ਵੇਖਿਆ, ਉਹ ਜਾ ਕੇ ਇਹਨਾਂ ਦੇ ਸਾਹਮਣੇ ਰੱਖ ਦਿੰਦੇ ਆ। ਸਾਰੀ ਦੁਨੀਆ ਵੀ ਵੇਖ ਰਹੀ ਹੈ ਵੀ ਸਿੱਟ ਵੀ ਬਣੀ ਸੀ, ਗਵਾਹ ਭੁਗਤੇ ਸੀ, ਫਿਰ ਸਿੱਟ ਬਣੀ ਸੀ, ਫਿਰ ਗਵਾਹ ਭੁਗਤੇ ਸੀ, ਫਿਰ ਸਿੱਟ ਬਣੀ ਸੀ, ਫਿਰ ਗਵਾਹ ਭੁਗਤੇ ਸੀ, ਹੁਣ ਫਿਰ ਸਿੱਟ ਬਣੀ ਹੈ, ਹੁਣ ਫਿਰ ਗਵਾਹ ਭੁਗਤ ਰਹੇ ਆ। ਉਹ ਸਾਰੇ ਲੋਕ ਵੇਖ ਰਹੇ ਹੈ, ਤੇ ਜੇ ਨਹੀਂ ਕੋਈ ਇਨਸਾਫ ਹੋਏਗਾ ਤਾਂ ਵੀ ਲੋਕ ਵੇਖ ਲੈਣਗੇ। ਫਿਰ ਅਗਲੀ ਕਚਹਿਰੀ ਹੁੰਦੀ ਹੈ ਜਨਤਾ ਦੀ ਕਚਹਿਰੀ। ਡੈਮੋਕ੍ਰੇਸੀ ਵਿੱਚ ਇੱਕ ਜੱਜ ਹੈ, ਇੱਕ ਉਹ ਕਚਹਿਰੀ ਲੱਗਦੀ ਹੈ, ਫਿਰ ਜਨਤਾ ਦੀ ਕਚਹਿਰੀ ਲੱਗਦੀ ਹੈ। ਹਾਂਜੀ ਹਾਂਜੀ ਹਾਂ, ਲੋਕਤੰਤਰ ਵਾਸਤੇ ਤਾਂ ਗੱਲ ਕਲੀਅਰ ਹੈ ਜੀ ਕਿ ਅਸੀਂ ਖੁਦ ਸਿਆਣੇ ਹੋਈਏ, ਚਾਹੇ ਉਹ ਕੋਈ ਹੋਵੇ, ਅਸੀਂ ਬੋਤਲਾਂ ਦੇ ਉੱਤੇ ਨਾ ਵਿਕੀਏ, ਆਪਣੇ ਆਪ ਨੂੰ ਨਾ ਵੇਚੀਏ। ਜਦੋਂ ਅਸੀਂ ਆਪਣੀ ਵੋਟ ਵੇਚ ਦਿੰਦੇ ਹਾਂ ਤਾਂ ਆਪਣੀ ਜ਼ਮੀਰ ਵੇਚ ਦਿੰਦੇ ਹਾਂ। ਸਾਨੂੰ ਸੋਚਣਾ ਚਾਹੀਦਾ, ਸਮਝਦਾਰ, ਇਮਾਨਦਾਰ, ਮਿਹਨਤੀ ਲੀਡਰ ਜਿਹੜੇ ਹੈ ਉਹ ਅੱਗੇ ਲੈ ਕੇ ਆਉਣੇ ਚਾਹੀਦੇ ਆ, ਜਿਹੜੇ ਸਾਡਾ ਲੋਕਾਂ ਦਾ ਭਲਾ ਕਰ ਸਕਣ, ਕੁਝ ਕਰ ਸਕਣ, ਜਿਹੜਾ ਨੌਜਵਾਨਾਂ ਨੂੰ ਰੁਜ਼ਗਾਰ ਦੇ ਸਕਣ। ਲੋਕਾਂ ਨੂੰ ਭਿਖਾਰੀ ਬਣਾਉਣ ਦੀ ਬਜਾਏ ਰੁਜ਼ਗਾਰ ਦਿੱਤਾ ਜਾਵੇ। ਅਗਲਾ ਇੱਜ਼ਤ ਨਾਲ, ਅਣਖ ਨਾਲ, ਭਿਖਾਰੀ ਬਣ ਕੇ ਨਹੀਂ, ਇੱਜ਼ਤਦਾਰ ਬਣ ਕੇ ਸਿਰ ਉੱਚਾ ਕਰਕੇ ਆਪਣੀ ਜ਼ਿੰਦਗੀ ਜੀਵੇ। ਬੱਚਿਆਂ ਨੂੰ ਰੁਜ਼ਗਾਰ ਜਿਹੜੀ ਵੀ ਪਾਰਟੀ ਦਿੰਦੀ ਹੈ ਜਾਂ ਜਿਹੜੇ ਵੀ ਬੰਦੇ ਅੱਗੇ ਲੱਗਦੇ ਆ ਉਹਨਾਂ ਨੂੰ ਅੱਗੇ ਲਾਉਣਾ ਚਾਹੀਦਾ ਸਾਨੂੰ। ਤੇ ਬਾਕੀ ਇਹ ਲੋਕਾਂ ਨੇ ਸੋਚਣਾ ਕਿ ਉਹ ਆਪ ਸਿਆਣੇ ਬਣਨ ਔਰ ਸਿਆਣੇ ਲੀਡਰ ਚੁਣ। ਅਸੀਂ ਉੱਦਾਂ ਦੀ ਸਰਕਾਰ ਹੀ ਸਾਨੂੰ ਮਿਲਦੀ ਹੈ ਜਿੱਦਾਂ ਦਾ ਅਸੀਂ ਡਿਜ਼ਰਵ ਕਰਦੇ ਹਾਂ। ਹਰ ਕੌਮ ਨੂੰ, ਹਰ ਦੇਸ਼ ਨੂੰ ਉੱਦਾਂ ਦੀ ਸਰਕਾਰ ਹੀ ਮਿਲਦੀ ਹੈ ਜਿੱਦਾਂ ਦੀ ਲੋਕ ਡਿਜ਼ਰਵ ਕਰਦੇ ਹੈ। ਜੇ ਅਸੀਂ ਕਹਿੰਦੇ ਹਾਂ ਸਾਡੀਆਂ ਸਰਕਾਰਾਂ ਮਾੜੀਆਂ ਰਹੀਆਂ ਨੇ, ਇਹਦਾ ਮਤਲਬ ਜਿਨ੍ਹਾਂ ਨੇ ਚੁਣੇ ਨੇ ਉਹ ਮਾੜੇ ਹਨ। ਤੇ ਜੇ ਉਹ ਚਾਹੁੰਦੇ ਹੈ ਕਿ ਸਰਕਾਰਾਂ ਚੰਗੀਆਂ ਹੋਣ, ਸਿਸਟਮ ਚੰਗਾ ਹੋਵੇ, ਤੇ ਆਪ ਚੰਗੇ ਬਣਨਾ ਪੈਣਾ। ਬੋਤਲਾਂ ਤੇ ਵਿਕਣਾ ਛੱਡ ਦਈਏ, ਅਸੀਂ ਖੁਦ ਸੋਚੀਏ, ਆਪਣੇ ਬੱਚਿਆਂ ਦੇ ਭਵਿੱਖ ਬਾਰੇ ਸੋਚੀਏ ਤੇ ਪੰਜਾਬ ਬਾਰੇ ਸੋਚੀਏ। ਹਾਂਜੀ, ਨਹੀਂ ਦੇਖੋ, ਜੇ ਮੇਰੇ ਜਾਣ ਕਰਕੇ ਸਾਡਾ ਟਕਸਾਲੀ ਗਰੁੱਪ ਰੌਲਾ ਪਾਉਂਦਾ ਹੈ, ਪੱਗਾਂ ਲਾਉਂਦਾ ਹੈ, ਤੇ 1000 ਬੰਦਾ ਪੁਲਿਸ ਦਾ ਲੱਗਦਾ ਹੈ, ਉਹ ਮੈਨੂੰ ਨਹੀਂ ਲੱਗਦਾ ਕਿ ਮੈਂ ਇਹੋ ਜਿਹੇ ਮਾਹੌਲ ਵਿੱਚ ਪ੍ਰੋਗਰਾਮ ਕਰ ਸਕਦਾ। ਬਹੁਤ ਮੈਨੂੰ ਤਾਂ ਬਹੁਤ ਕਹਿੰਦੇ ਨੇ ਕਿ ਤੁਸੀਂ ਪ੍ਰੋਗਰਾਮ ਕਰੋ, ਪਰ ਮੈਂ ਆਪਣਾ ਪ੍ਰੋਗਰਾਮ ਇੱਥੇ ਕਰਦਾ। ਮੈਂ ਨਹੀਂ ਚਾਹੁੰਦਾ ਕਿ ਕਿਸੇ ਸਿੱਖ ਦਾ ਕਤਲ ਹੋਵੇ, ਕੋਈ ਰੌਲਾ ਪਵੇ, ਕੋਈ ਲੜਾਈ ਪਵੇ। ਉਹਦੇ ਨਾਲੋਂ ਚੰਗਾ ਤੁਸੀਂ ਆਪਣੇ ਘਰ ਬੈਠ ਜਾਓ। ਮੈਂ ਆਪਣੇ ਘਰ ਬੈਠਾ ਇੱਥੇ ਆਪਣਾ ਪ੍ਰੋਗਰਾਮ ਕਰ ਲੈਂਦਾ, ਪਰ ਜੇ ਮੈਂ ਜਾਊਂਗਾ ਤਾਂ ਕੋਈ ਰੌਲਾ ਪਊਗਾ, ਰੌਲਾ ਪਏਗਾ ਤਾਂ ਸਿੱਖ ਲੜਦੇ ਚੰਗੇ ਨਹੀਂ ਲੱਗਦੇ। ਹਾਂਜੀ, ਹੁਣ ਇੱਥੇ ਤੁਸੀਂ ਸਾਰੇ ਬੰਦੇ ਆਏ ਹੋਏ ਬੈਠੇ ਹੋ ਮੇਰੇ ਕੋਲ, ਤੁਹਾਡੇ ਵਿੱਚੋਂ ਕੱਲ੍ਹ ਨੂੰ ਕੋਈ ਬਲਾਤਕਾਰ ਦੇ ਵਿੱਚ ਫਸ ਜਾਂਦਾ, ਉਹਦੇ ਵਿੱਚ ਮੈਂ ਦੋਸ਼ੀ ਨਹੀਂ ਨਾ ਹੋ ਜਾਂਦਾ। ਕੋਈ ਵੀ ਵੀਰ ਮੇਰੇ ਨਾਲ ਸਿਕਿਉਰਿਟੀ ਕਰਨ ਆ ਸਕਦਾ ਹੈ, ਸੇਵਾ ਕਰਨ ਵਾਸਤੇ ਆ ਸਕਦਾ ਹੈ। ਉਸ ਤੋਂ ਬਾਅਦ ਉਸ ਬੰਦੇ ਦਾ ਅੱਗੇ ਭਤੀਜਾ ਡੱਗ ਵਿੱਚ ਫਸ ਜਾਂਦਾ ਤਾਂ ਇਹਦਾ ਮਤਲਬ ਉਹ ਦੋਸ਼ੀ ਨਹੀਂ ਜਾਂ ਫਿਰ ਮੈਂ ਦੋਸ਼ੀ ਨਹੀਂ ਹੋ ਜਾਂਦਾ। ਬਾਕੀ ਅੰਡਰ ਟਰਾਇਲ ਹੈ, ਜੇ ਉਹ ਬੰਦੇ ਨੇ ਗਲਤੀ ਕੀਤੀ ਹੋਏਗੀ ਉਹਨੂੰ ਸਜ਼ਾ ਮਿਲ ਜਾਏਗੀ, ਤੇ ਜੇ ਠੀਕ ਹੋਏਗਾ ਤਾਂ ਬਚ ਕੇ ਨਿਕਲ ਆਏਗਾ। ਇਹਦੇ ਵਿੱਚ ਆਪਾਂ ਦੋਸ਼ੀ ਨਹੀਂ ਹੁੰਦੇ। ਹਜ਼ਾਰਾਂ ਲੋਕ ਫੋਟੋਆਂ ਖਿਚਾਉਂਦੇ ਹੈ, ਆਪਾਂ ਇਕੱਲੇ ਦੀ ਇੱਦਾਂ ਥੋੜ੍ਹਾ ਕਰਦੇ ਹਾਂ ਵੀ ਤੂੰ ਕਿੱਥੋਂ ਆਇਆ ਜਾਂ ਕੱਲ੍ਹ ਨੂੰ ਤੂੰ ਕੀ ਕਰੇਗਾ, ਆਪਾਂ ਗਰੰਟੀ ਨਹੀਂ ਲੈ ਸਕਦੇ। ਮੈਂ ਆਪਣੇ ਸਕੇ ਭਰਾ ਭਤੀਜੇ ਦੀ ਵੀ ਗਰੰਟੀ ਨਹੀਂ ਲੈ ਸਕਦਾ, ਮੈਂ ਬਾਹਰਲਿਆਂ ਦੀ, ਮੈਂ ਆਪਣੀ ਗੱਲ ਕਰ ਸਕਦਾ, ਆਪਣੇ ਭਰਾ ਦੀ ਵੀ ਗੱਲ ਨਹੀਂ ਕਰ ਸਕਦਾ।
ਕੇ ਜਿਹੜਾ ਮਸਲਾ ਨੂੰ ਸੁਲਝਾਇਆ ਜਾਵੇ ਕਿ ਸਾਡਾ ਆਪਸ ਵਿੱਚ ਰੌਲਾ ਕੀ ਹੈ ਤੇ ਲੋਕ ਲੋਜੀ ਦੇ ਵਿੱਚ ਕਹਿ ਰਹੇ ਨੇ ਕਿ ਅਸੀਂ ਸਾਥ ਨੂੰ ਕਹਿ ਰਹੇ ਹਾਂ ਜਾਂ ਕਿ ਪਰ ਕਤਲ, ਮੇਰੀ ਸੁਣਿਓ ਗੱਲ, ਵਿਚਾਰਾਂ ਦੇ ਮਤਭੇਦ ਲੱਖ ਹੋ ਸਕਦੇ ਨੇ, ਪਰ ਬੰਦਾ ਮਾਰਨਾ ਤਾਂ ਕਦੇ ਵੀ ਸਹੀ ਨਹੀਂ। ਕਿਸੇ ਦਾ ਬੰਦਾ ਮਾਰਨਾ ਤਾਂ ਸਹੀ ਨਹੀਂ। ਛਬੀਲ ਲਾ ਕੇ ਸ਼ਰੇਆਮ ਬੰਦਾ ਮਾਰਨਾ ਤਾਂ ਗਲਤ ਰਹੂਗਾ ਨਾ ਜੀ। ਤੇ ਆਪਾਂ ਇਦਾਂ ਦਾ ਕੋਈ ਕੰਮ ਕੀਤਾ ਅੱਜ ਤੱਕ ਨਹੀਂ ਕੀਤਾ। ਸਿੱਖ ਲੜਨਾ ਪੈਣਾ, ਆਪਾਂ ਸਟੇਜਾਂ ਵੀ ਛੱਡਤੀਆਂ, ਦੀਵਾਨ ਵੀ ਬੰਦ ਕਰਤੇ, ਮੈਂ ਆਪਣੇ ਘਰ ਬਹਿ ਗਿਆ, ਸਭ ਕੁਝ ਛੱਡ ਕੇ ਘਰ ਬੈਠ ਗਿਆ ਨਾ। ਪਰ ਇਸ ਕਰਕੇ ਇਹਨੂੰ ਅਸੀਂ ਬਰਾਬਰ ਦੀ ਲੜਾਈ ਨਹੀਂ ਕਰ ਸਕਦੇ। ਇੱਕ ਹਮਲਾਵਰ ਧਿਰ ਹੈ, ਹਮਲਾ ਕਰਦੀ ਹੈ ਬਾਰ-ਬਾਰ, ਇੱਕ ਪੀੜਤ ਧਿਰ ਹੈ ਜਿਹਦੇ ਨਾਲ ਧੱਕਾ ਕੀਤਾ ਜਾਂਦਾ ਹੈ। ਇੱਕ ਤਾਂ ਅਸੀਂ ਇਹਨੂੰ ਬਰਾਬਰ ਨਹੀਂ ਕਰ ਸਕਦੇ। ਦੂਸਰੀ ਗੱਲ ਇਹ ਹੈ, ਸਮਝੌਤਾ ਹੀ ਸਮਝੌਤਾ। ਮੈਂ ਦੇਖੋ ਸਾਰੇ ਚੈਨਲਾਂ ਤੇ ਬੋਲ ਰਿਹਾ, ਉਸ ਵੇਲੇ ਦੀ ਸਾਰੀ ਸਰਕਾਰ ਮੇਰੇ ਕੋਲ ਆਈ ਸੀ ਜਿਨ੍ਹਾਂ ਨੇ ਕਿਹਾ ਸੀ ਕਿ ਭਾਈ ਸਾਹਿਬ ਚਲੋ ਟਕਸਾਲ ਨਾਲ ਸਮਝੌਤਾ ਕਰ ਲਓ। ਮੇਰੀ ਸਟੇਟਮੈਂਟ ਉਦੋਂ ਵੀ ਇਹ ਸੀ ਤੇ ਅੱਜ ਵੀ ਇਹ ਹੈ। ਉਹਨਾਂ ਨੂੰ ਸਪਸ਼ਟ ਰੂਪ ਵਿੱਚ ਕਹਿਣਾ ਚਾਹੀਦਾ ਹੈ ਕਿ ਸਾਡੇ ਤੋਂ ਬੰਦਾ ਮਾਰਨ ਵਾਲੀ ਗਲਤੀ ਹੋਈ ਸੀ, ਉਹ ਗਲਤੀ ਮੰਨ ਲੈਣਗੇ ਤੇ ਸਮਝੌਤਾ ਹੀ ਸਮਝੋ। ਹੁਣ ਜੇ ਆਪਾਂ ਕਹੀਏ ਵੀ ਅਗਲੇ ਨੇ ਗਲਤੀ ਵੀ ਨਹੀਂ ਮੰਨਣੀ, ਬੰਦਾ ਵੀ ਮਾਰੂਗਾ ਤੇ ਰਣਜੀਤ ਸਿੰਘ ਜਾ ਕੇ ਸਮਝੌਤਾ ਕਰ ਲਵੇ, ਫਿਰ ਇੰਨਾ ਨੀਵਾਂ ਨਹੀਂ ਹੋਇਆ ਜਾ ਸਕਦਾ। ਹਾਂ, ਉਹ ਕਹਿਣ ਵੀ ਸਾਥੋਂ ਗਲਤੀ ਹੋ ਗਈ, ਆਪਾਂ ਕਹਾਂਗੇ ਆਪਾਂ ਭਰਾ ਠੀਕ ਹੈ, ਤੁਸੀਂ ਗਲਤੀ ਮੰਨੀ।